ਸਤਿ ਸ਼੍ਰੀ ਅਕਾਲ ਜੀ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਫਿਰ ਤੋਂ ਹਾਜ਼ਰ ਹਾਂ ਕਹਾਣੀ ਲੈ ਕੇ, ਪ੍ਰੇਮ ਬੰਧਨੀ। ਇਸ ਦਾ ਤੁਸੀਂ ਪਹਿਲਾ ਭਾਗ ਸੁਣ ਚੁੱਕੇ ਹੋ। ਹੁਣ ਇਸ ਦਾ ਮੈਂ ਦੂਸਰਾ ਭਾਗ ਲੈ ਕੇ ਹਾਜ਼ਰ ਹੋਈ ਹਾਂ। ਜਿਨ੍ਹਾਂ ਨੇ ਪਹਿਲਾ ਭਾਗ ਨਹੀਂ ਸੁਣਿਆ ਉਹ ਪਲੇ ਲਿਸਟ ਵਿੱਚ ਜਾ ਕੇ ਇਸ ਦਾ ਪਹਿਲਾ ਭਾਗ ਸੁਣ ਸਕਦੇ ਨੇ। ਤਾਂ ਆਓ ਸ਼ੁਰੂ ਕਰਦੇ ਹਾਂ ਪ੍ਰੇਮ ਬੰਧਨੀ ਦਾ ਭਾਗ 2। ਨੰਦਨੀ ਹੈਰਾਨੀ ਨਾਲ ਗੋਵਰਧਨ ਨੂੰ ਹੱਸਦੀ ਵੇਖਦੀ ਰਹੀ। ਗੋਵਰਧਨ ਹੱਸਦਾ ਹੋਇਆ, ਇੱਦਾਂ ਕੀ ਵੇਖ ਰਹੀ ਏ? ਨੰਦਨੀ ਮੁਸਕਰਾ ਕੇ, ਮੈਂ ਵੇਖ ਰਹੀ ਹਾਂ ਕਿ ਤੁਸੀਂ ਕਿੰਨਾ ਖੁੱਲ੍ਹ ਕੇ ਹੱਸ ਰਹੇ ਹੋ, ਫਿਰ ਇੱਕੋ ਦਮ ਉਦਾਸ ਹੋ ਜਾਂਦੀ ਹੈ। ਗੋਵਰਧਨ, ਕੀ ਹੋਇਆ ਨੰਦਨੀ? ਨੰਦਨੀ, ਆਪਾਂ ਕਿੰਨੇ ਗਰੀਬ ਹਾਂ, ਫਿਰ ਵੀ ਇੰਨੇ ਸੰਤੁਸ਼ਟ ਹਾਂ ਕਿ ਕੋਈ ਅਮੀਰ ਆਪਦੀ ਅਮੀਰੀ ਤੋਂ ਸੰਤੁਸ਼ਟ ਨਹੀਂ ਹੋਣਾ। ਪਰ ਜਦੋਂ ਬੱਚੇ ਬਾਰੇ ਸੋਚਾਂ ਤਾਂ ਮਨ ਸਵਾਰਥੀ ਹੋ ਜਾਂਦਾ। ਇਸ ਤਰ੍ਹਾਂ ਲੱਗਦਾ ਸਾਡੇ ਕੋਲ ਕੁਝ ਵੀ ਨਹੀਂ। ਗੋਵਰਧਨ, ਹਾਂ। ਫਿਰ ਉਸ ਵੱਲ ਵੇਖ ਕੇ ਮੁਸਕਰਾਉਂਦਾ ਹੈ। ਨੰਦਨੀ, ਤੁਸੀਂ ਹੱਸੇ ਕਿਉਂ ਜੀ? ਗੋਵਰਧਨ ਮੁਸਕਰਾ ਕੇ, ਮੈਂ ਸੋਚ ਰਿਹਾ ਸੀ ਜੇ ਸਾਡੇ ਕੋਲ ਵੀ ਛੋਟਾ ਜਿਹਾ ਬੱਚਾ ਹੁੰਦਾ, ਭਾਵੇਂ ਮੁੰਡਾ ਭਾਵੇਂ ਕੁੜੀ, ਆਪਾਂ ਦੋਵਾਂ ਨੇ ਉਹਦਾ ਨਾਂ ਰੱਖਣ ਪਿੱਛੇ ਹੀ ਲੜ ਪੈਣਾ ਸੀ। ਫਿਰ ਹੱਸਦਾ ਹੈ। ਨੰਦਨੀ ਹੱਸਦੀ ਹੋਈ, ਹਾਂ, ਵੈਸੇ ਤੁਸੀਂ ਕੀ ਮੰਗਦੇ ਹੋ ਰੱਬ ਤੋਂ, ਮੁੰਡਾ ਕਿ ਕੁੜੀ? ਗੋਵਰਧਨ ਸੋਚਦਾ ਹੈ, ਮੈਂ ਚਾਹੁੰਦਾ ਹਾਂ ਕਿ ਰੱਬ ਸਾਨੂੰ ਕੁੜੀ ਦੇਵੇ ਤੇ ਤੂੰ? ਨੰਦਨੀ ਮੁਸਕਰਾ ਕੇ, ਕੁਝ ਵੀ ਹੋਵੇ, ਬਸ ਸਮਝਦਾਰ ਹੋਵੇ, ਪਿਆਰ ਕਰਨ ਵਾਲਾ, ਦੂਸਰਿਆਂ ਨੂੰ ਸਮਝਣ ਵਾਲਾ ਹੋਵੇ। ਗੋਵਰਧਨ ਨਦੀ ਵੱਲ ਵੇਖਣ ਲੱਗ ਜਾਂਦਾ ਹੈ। ਕਾਸ਼ ਆਪਣੇ ਕੁੜੀ ਹੁੰਦੀ, ਫਿਰ ਉਹਦਾ ਨਾਮ ਮੈਂ ਰੱਖਦਾ। ਦੂਰੋਂ ਪਾਣੀ 'ਚ ਕੁਝ ਆਉਂਦਾ ਵੇਖਦਾ ਹੈ। ਗੋਵਰਧਨ ਚੌਂਕ ਕੇ ਉਂਗਲੀ ਦਾ ਇਸ਼ਾਰਾ ਕਰਦਾ ਹੈ। ਨੰਦਨੀ ਉੱਧਰ ਵੇਖ, ਨੰਦਨੀ ਉੱਧਰ ਵੇਖ, ਨਦੀ ਵੱਲ ਵੇਖ। ਨੰਦਨੀ, ਨਦੀ ਵੱਲ? ਕਿੱਥੇ ਨਦੀ ਵੱਲ? ਗੋਵਰਧਨ, ਕੁਝ ਹੈ ਪਾਣੀ 'ਚ। ਨੰਦਨੀ, ਕੀ ਹੈ? ਮੈਨੂੰ ਤਾਂ ਕੁਝ ਦਿਸ ਨਹੀਂ ਰਿਹਾ। ਗੋਵਰਧਨ, ਕੋਈ ਵੱਡੀ ਸਾਰੀ ਲੱਕੜ ਲੱਗਦੀ ਹੈ। ਨੰਦਨੀ ਧਿਆਨ ਨਾਲ ਵੇਖਦੀ ਹੈ। ਕੋਈ ਮਰਿਆ ਹੋਇਆ ਜਾਨਵਰ ਹੋਵੇਗਾ ਜੀ। ਬੱਚੀ ਰੋਂਦੀ ਹੈ ਤੇ ਆਵਾਜ਼ ਸੁਣਦੇ ਹਨ। ਹੌਲੀ ਹੌਲੀ ਲੱਕੜੀ ਨੇੜੇ ਆ ਜਾਂਦੀ ਹੈ। ਨੰਦਨੀ ਤੇ ਗੋਵਰਧਨ ਉਸ ਵੱਲ ਹੈਰਾਨ ਹੋ ਕੇ ਧਿਆਨ ਨਾਲ ਵੇਖਦੇ ਰਹਿੰਦੇ ਹਨ। ਗੋਵਰਧਨ ਨਦੀ ਜਾਂਦੀਆਂ ਹੋਈਆਂ ਪੌੜੀਆਂ ਉਤਰਦਾ ਹੈ ਤੇ ਅੱਗੇ ਲੱਕੜੀ ਫੜ ਲੈਂਦਾ ਹੈ। ਬੱਚੀ ਨੂੰ ਗੋਦ ਵਿੱਚ ਲੈ ਲੈਂਦਾ ਹੈ ਤੇ ਨੰਦਨੀ ਦੇ ਕੋਲ ਆਉਂਦਾ ਹੈ। ਗੋਵਰਧਨ ਖੁਸ਼ ਹੋ ਕੇ, ਨੰਦਨੀ ਵੇਖ, ਨੰਦਨੀ ਵੇਖ। ਨੰਦਨੀ ਬੱਚੀ ਦੇ ਮੂੰਹ ਤੋਂ ਹਲਕਾ ਜਿਹਾ ਕੱਪੜਾ ਪਾਸੇ ਕਰਦੀ ਹੈ। ਨੰਦਨੀ ਹੈਰਾਨ ਹੁੰਦੀ ਹੈ, ਇਹ ਤਾਂ ਬੱਚਾ ਹੈ ਜੀ। ਖੁਸ਼ੀ ਨਾਲ ਚੁੱਕ ਲੈਂਦੀ ਹੈ ਤੇ ਦੋਵੇਂ ਉਸ ਨੂੰ ਝੌਂਪੜੀ ਦੇ ਅੰਦਰ ਲੈ ਜਾਂਦੇ ਹਨ। ਖੁਸ਼ੀ 'ਚ ਰੋਣ ਲੱਗਦੇ ਹਨ। ਬੱਚੀ ਰੋਂਦੀ ਹੈ। ਗੋਵਰਧਨ ਰੋਂਦਾ ਇੱਧਰ ਉੱਧਰ ਵੇਖਦਾ ਹੈ। ਸਾਡੀ ਝੌਂਪੜੀ 'ਚ ਬੱਚੇ ਦੇ ਰੋਣ ਦੀ ਆਵਾਜ਼? ਅਸੀਂ ਅੰਮਾ ਬਾਬਾ ਬਣ ਗਏ। ਨੰਦਨੀ ਬੱਚੀ ਦੇ ਕੱਪੜੇ ਖੋਲ੍ਹਦੀ ਹੈ ਤੇ ਆਪਣੇ ਹੰਝੂ ਸਾਫ਼ ਕਰਦੀ ਹੈ। ਨੰਦਨੀ, ਇਹ ਬੱਚੀ ਹੈ ਜੀ, ਗਿੱਲੀ ਹੈ। ਗੋਵਰਧਨ ਇੱਧਰ ਉੱਧਰ ਵੇਖਦਾ ਹੈ ਤੇ ਇੱਕ ਕੱਪੜਾ ਲੱਭ ਕੇ ਲੈ ਆਉਂਦਾ ਹੈ। ਨੰਦਨੀ ਕੱਪੜਾ ਬਦਲਦੀ ਹੈ। ਬੱਚੀ ਰੋਂਦੀ ਰਹਿੰਦੀ ਹੈ। ਗੋਵਰਧਨ ਭੋਲੇਪਨ ਨਾਲ ਪੁੱਛਦਾ ਹੈ, ਆਣੀਆਂ ਨੂੰ ਕੀ ਹੋਊਗਾ? ਨੰਦਨੀ ਉਸ ਵੱਲ ਵੇਖ ਕੇ ਮੁਸਕਰਾਉਂਦੀ ਹੈ ਤੇ ਦੁੱਧ ਗਰਮ ਕਰਨ ਲੱਗਦੀ ਹੈ। ਫਿਰ ਧਿਆਨ ਨਾਲ ਵੇਖ ਕੇ ਬੱਚੀ ਨੂੰ ਕਟੋਰੀ 'ਚ ਰੂਹ ਨਾਲ ਦੁੱਧ ਪਿਲਾਉਣ ਲੱਗਦੀ ਹੈ। ਬੱਚੀ ਚੁੱਪ ਹੋ ਜਾਂਦੀ ਹੈ। ਹੌਲੀ ਹੌਲੀ ਬੱਚੀ ਸੌਂ ਜਾਂਦੀ ਹੈ। ਨੰਦਨੀ ਤੇ ਗੋਵਰਧਨ ਉਸ ਨੂੰ ਸੁੱਤੇ ਹੋਏ ਚੁੱਪਚਾਪ ਵੇਖਦੇ ਰਹਿੰਦੇ ਹਨ। ਫਿਰ ਕੁਝ ਸਮੇਂ ਬਾਅਦ ਗੋਵਰਧਨ ਬੱਚੀ ਵੱਲ ਵੇਖਦਾ ਹੈ। ਨੰਦਨੀ, ਰੱਬ ਨੇ ਆਣੀਆਂ ਦਿੱਤੀ ਹੈ ਸਾਨੂੰ। ਇਹ ਕਿੰਨੀ ਸੋਹਣੀ ਆ ਨਾ, ਕਿੰਨੀ ਮਾਸੂਮ। ਨੰਦਨੀ ਬੱਚੀ ਨੂੰ ਵੇਖ ਕੇ ਅੱਖਾਂ ਭਰ ਆਉਂਦੀ ਹੈ। ਮੇਰੀ ਗੋਦ 'ਚ ਬੱਚਾ ਹੈ ਜੀ। ਗੋਵਰਧਨ, ਨਹੀਂ ਨੰਦਨੀ, ਇਹ ਬੱਚਾ ਨਹੀਂ,
ਨੰਦਨੀ ਹੈਰਾਨੀ ਨਾਲ ਉਸ ਵੱਲ ਵੇਖਦੀ ਹੈ। ਗੋਵਰਧਨ, ਇਹ ਆਣੀਆਂ ਏ ਨੰਦਨੀ। ਨੰਦਨੀ, ਇਸ ਨਾਂ ਦਾ ਮਤਲਬ ਕੀ ਹੁੰਦਾ? ਇਸ ਨਾਂ ਦਾ ਮਤਲਬ ਕੀ ਹੁੰਦਾ ਜੀ? ਗੋਵਰਧਨ, ਇਸ ਨਾਂ ਦਾ ਮਤਲਬ ਹੁੰਦਾ ਜਿਹੜਾ ਬਹੁਤ ਦਿਆਲੂ ਹੋਵੇ, ਦੂਸਰਿਆਂ 'ਤੇ ਕਿਰਪਾ ਕਰਨ ਵਾਲਾ ਹੋਵੇ, ਬਿਲਕੁਲ ਉਸੇ ਤਰ੍ਹਾਂ ਜਿਵੇਂ ਇਹਨੂੰ ਹੁਣ ਆਪਣੇ 'ਤੇ ਦਇਆ ਕੀਤੀ। ਜਿਵੇਂ ਇਹਨੇ ਹੁਣ ਆਪਣੇ 'ਤੇ ਦਇਆ ਕੀਤੀ, ਕਿਰਪਾ ਕੀਤੀ, ਆਪਣੀ ਖਾਲੀ ਗੋਦ 'ਚ ਆ ਕੇ ਸਾਨੂੰ ਖੁਸ਼ੀਆਂ ਨਾਲ ਭਰ ਦਿੱਤਾ। ਦੋਵੇਂ ਇੱਕ ਦੂਜੇ ਵੱਲ ਵੇਖ ਕੇ ਮੁਸਕਰਾਉਂਦੇ ਹਨ, ਫਿਰ ਬੱਚੀ ਨੂੰ ਵੇਖਣ ਲੱਗ ਜਾਂਦੇ ਹਨ। ਅਗਲੀ ਸਵੇਰ ਰੇਵਤੀ ਉੱਠ ਕੇ ਆਪਣੇ ਨਾਲ ਬੈੱਡ 'ਤੇ ਵੇਖਦੀ ਹੈ ਤੇ ਸ਼ਾਮ ਲਾਲ ਨੂੰ ਉਠਾਉਂਦੀ ਹੈ। ਰੇਵਤੀ ਜੀ, ਬੱਚੀ ਕਿੱਥੇ ਆ ਜੀ? ਹਿਲਾਉਂਦੀ ਹੈ ਸ਼ਾਮ ਲਾਲ, ਅੱਖਾਂ ਮਲਦਾ ਹੈ। ਹਾਂ। ਰੇਵਤੀ ਜੀ ਖਾਲੀ ਜਗ੍ਹਾ ਵੇਖਦੀ ਹੈ। ਸ਼ਾਮ ਲਾਲ, ਬੱਚੀ ਲੱਭ ਰਹੀ ਏ। ਫਿਰ ਉਸ ਵੱਲ ਵੇਖ ਕੇ ਬੇਫਿਕਰੀ ਨਾਲ, ਰਾਤ ਨਦੀ 'ਚ ਰੋੜ ਦਿੱਤੀ ਮੈਂ, ਹੁਣ ਪਤਾ ਨਹੀਂ ਯਾਦ ਨਾ ਕਰ ਉਹਨੂੰ। ਆਰਾਮ ਨਾਲ ਪਾਸਾ ਲੈ ਕੇ ਪੈ ਜਾਂਦਾ ਹੈ। ਰੇਵਤੀ ਅੱਖਾਂ ਭਰ ਆਉਂਦੀ ਹੈ ਪਰ ਕੁਝ ਨਹੀਂ ਬੋਲਦੀ। ਪਾਸਾ ਲੈ ਕੇ ਫਿਰ ਤੋਂ ਬੈੱਡ 'ਤੇ ਪੈ ਜਾਂਦੀ ਹੈ। ਰੇਵਤੀ ਉਦਾਸ ਹੋ ਕੇ ਮਨ 'ਚ, ਪਰਮਾਤਮਾ ਕਰੇ ਤੂੰ ਬਚ ਜਾਵੇਂ ਤੇ ਕਦੇ ਕਿਸਮਤ 'ਚ ਹੋਵੇ ਮੈਂ ਤੈਨੂੰ ਵੇਖਾਂ ਤੇ ਘੁੱਟ ਕੇ ਗੱਲ ਲਗਾਵਾਂ। ਤੈਨੂੰ ਆਖਰੀ ਵਾਰ ਵੇਖਿਆ ਸੀ ਮੈਂ, ਤੇਰੀਆਂ ਨੀਲੀਆਂ ਅੱਖਾਂ ਸੀ ਇੱਕ ਚਮਤਕਾਰੀ ਗੁੱਡੀ ਦੀ ਤਰ੍ਹਾਂ, ਇੱਕ ਅਲੱਗ, ਜਿਵੇਂ ਕਿਸੇ ਹੋਰ ਦੁਨੀਆ ਦੀ ਹੋਵੇ। ਗੋਵਰਧਨ ਤੇ ਨੰਦਨੀ ਉੱਦਾਂ ਹੀ ਬੱਚੀ ਨੂੰ ਵੇਖੀ ਜਾ ਰਹੇ ਹਨ। ਬੱਚੀ ਆਰਾਮ ਨਾਲ ਨੰਦਨੀ ਦੀ ਗੋਦ 'ਚ ਸੁੱਤੀ ਪਈ ਹੈ। ਗੋਵਰਧਨ ਉਬਾਸੀ ਲੈਂਦਾ ਹੈ। ਨੰਦਨੀ, ਆਣੀਆਂ ਹੋਰ ਕਿੰਨੀ ਦੇਰ ਸੁੱਤੀ ਰਹੂਗੀ? ਨੰਦਨੀ ਉਬਾਸੀ ਲੈਂਦੀ ਹੈ। ਤੁਸੀਂ ਕੰਮ 'ਤੇ ਜਾਓ ਜੀ, ਹੁਣ ਅਸੀਂ ਇਕੱਲੇ ਨਹੀਂ। ਇਹਨੂੰ ਉੱਠ ਕੇ ਦੁੱਧ ਮੰਗਣਾ, ਹੁਣ ਸਾਨੂੰ ਇਹਦੇ ਲਈ ਵੱਧ ਤੋਂ ਵੱਧ ਕੰਮ ਕਰਨਾ ਪੈਣਾ। ਗੋਵਰਧਨ ਬੱਚੀ ਵੱਲ ਵੇਖਦਾ ਹੋਇਆ ਉੱਠਦਾ ਹੈ, ਫਿਰ ਆਪਣੀ ਬਗਲੀ ਚੁੱਕਦਾ ਹੈ ਤੇ ਝੌਂਪੜੀ 'ਚੋਂ ਬਾਹਰ ਚਲਾ ਜਾਂਦਾ ਹੈ। ਜਿਹੜੇ ਲੋਕ ਰੂੜੀਆਂ 'ਤੇ ਕਾਗਜ਼, ਕੱਚ ਜਾਂ ਫਿਰ ਹੋਰ ਵੇਚਣਯੋਗ ਵਸਤੂਆਂ ਲੱਭਦੇ ਹਨ, ਉਹ ਇੱਕ ਕੱਪੜਾ ਬਾਂਹ 'ਚ ਪਾਉਂਦੇ ਹਨ, ਉਸ ਨੂੰ ਬਗਲੀ ਕਿਹਾ ਜਾਂਦਾ ਹੈ। ਸ਼ਾਮ ਦਾ ਸਮਾਂ। ਗੋਵਰਧਨ ਜਦੋਂ ਸ਼ਾਮ ਨੂੰ ਆਪਣੀ ਝੌਂਪੜੀ 'ਚ ਵਾਪਸ ਆਉਂਦਾ ਹੈ ਤਾਂ ਆਪਣੀ ਝੌਂਪੜੀ ਦੇ ਬਾਹਰ ਕਾਫੀ ਲੋਕਾਂ ਨੂੰ ਖੜੇ ਵੇਖਦਾ ਹੈ। ਗੋਵਰਧਨ ਹੈਰਾਨ ਹੋ ਕੇ ਇੰਨੇ ਲੋਕ ਘਬਰਾ ਜਾਂਦਾ ਹੈ। ਕਿਤੇ ਆਣੀਆਂ ਨੂੰ ਕੁਝ ਜਲਦੀ ਨਾਲ ਅੱਗੇ ਵੱਧਦਾ ਹੈ ਤੇ ਲੋਕਾਂ ਨੂੰ ਪਿੱਛੇ ਕਰਦਾ ਹੈ। ਲੋਕ ਉਸ ਵੱਲ ਵੇਖਦੇ ਹਨ। ਉਹ ਵੇਖਦਾ ਹੈ ਕਿ ਨੰਦਨੀ ਆਣੀਆਂ ਨੂੰ ਗੋਦ 'ਚ ਲੈ ਰੋ ਰਹੀ ਹੈ। ਬਾਕੀ ਅਗਲੇ ਭਾਗ ਦੇ ਵਿੱਚ। ਉਮੀਦ ਹੈ ਤੁਹਾਨੂੰ ਸਟੋਰੀ ਪਸੰਦ ਆ ਰਹੀ ਹੋਵੇਗੀ। ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ। ਹੱਸਦੇ ਰਹੋ, ਵਸਦੇ ਰਹੋ, ਖਿਆਲ ਰੱਖੋ ਆਪਣਾ ਤੇ ਆਪਣੇ ਪਰਿਵਾਰ ਦਾ।